ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਜਗਮੋਹਨ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ 3 ਅਗਸਤ ਦਿਨ ਬੁੱਧਵਾਰ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਅਪਡੇਟ ਅਮਰੀਕਾ, ਜਿਸ ਦੇ ਵਿੱਚ ਤੁਹਾਨੂੰ ਵਰਲਡ ਨਿਊਜ਼, ਅਮਰੀਕਾ ਦੀਆਂ ਨਿਊਜ਼, ਮੌਸਮ ਦੇ ਬਾਰੇ ਜਾਣਕਾਰੀ, ਇਕਨੋਮੀ ਦੀ ਜਾਣਕਾਰੀ, ਵੱਖ-ਵੱਖ ਕੰਟਰੀ ਦੇ ਹਿਸਾਬ ਦੇ ਨਾਲ ਕਰੰਸੀ ਐਕਸਚੇਂਜ ਰੇਟ ਅਤੇ ਸੋਨੇ ਅਤੇ ਚਾਂਦੀ ਦੇ ਭਾਅ ਦੱਸਾਂਗੇ। ਖਬਰਾਂ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਅਸੀਂ ਧੰਨਵਾਦ ਕਰਦੇ ਹਾਂ ਸਾਡੇ ਅੱਜ ਦੇ ਇਸ ਪ੍ਰੋਗਰਾਮ ਦੇ ਸਪਾਂਸਰਸ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਦੇ ਵਿੱਚ ਸਹਿਯੋਗ ਪਾਇਆ। ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਹਨ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨ ਹੋਜ਼ੇ ਤੋਂ, ਜੋ ਕਿ ਹਰ ਪ੍ਰਕਾਰ ਦੇ ਇੰਸ਼ੋਰੈਂਸ ਕਰਦੇ ਹਨ ਅਤੇ ਕਿਸੇ ਵੀ ਤਰ੍ਹਾਂ ਦੇ ਇੰਸ਼ੋਰੈਂਸ ਦੀ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ 408 272 2500 ਤੇ। ਇਸ ਦੇ ਨਾਲ ਸੰਤੋਖ ਸਿੰਘ ਵਾਸੀ ਪਰਮਜੀਤ ਕੌਰ ਜੀ ਵਾਸੀ ਫਰੀਮੌਂਟ ਤੋਂ, ਮਨਜੀਤ ਸਿੰਘ ਨਰਿੰਦਰ ਕੌਰ ਕੁਲਾਰ ਜੀ ਕਲੋਵਿਸ ਤੋਂ ਅਤੇ ਗਿਆਨ ਸਿੰਘ ਨਾਗਰਾ ਜੀ ਸੈਨ ਹੋਜ਼ੇ ਤੋਂ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਜਾਂ ਪੰਜਾਬੀ ਰੇਡੀਓ USA ਦੇ ਕਿਸੇ ਵੀ ਹੋਰ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਾਲ ਕਰ ਸਕਦੇ ਹੋ 408 722 7698 ਤੇ, ਜਾਂ ਫਿਰ ਈਮੇਲ ਕਰ ਸਕਦੇ ਹੋ ਸਾਡੇ ਈਮੇਲ ਐਡਰੈਸ info@punjabiradiousa.com ਤੇ। ਹੁਣ ਵਧਦੇ ਹਾਂ ਜੀ ਅੱਜ ਦੀ ਪਹਿਲੀ ਖਬਰ ਵੱਲ। ਸੈਂਟਰਲ ਲੰਡਨ ਦੇ ਵਿੱਚ ਇੱਕ ਵਿਅਕਤੀ ਨੇ ਚਾਕੂ ਦੇ ਨਾਲ ਕਈ ਲੋਕਾਂ ਦੇ ਉੱਤੇ ਹਮਲਾ ਕੀਤਾ ਅਤੇ ਇਸ ਦੇ ਵਿੱਚ ਇੱਕ ਮਹਿਲਾ ਦੀ ਮੌਤ ਹੋ ਗਈ ਹੈ। ਪੁਲਿਸ ਦੇ ਅਨੁਸਾਰ ਇਸ ਦੇ ਵਿੱਚ 6 ਲੋਕਾਂ ਦੇ ਉੱਤੇ ਉਸ ਵਿਅਕਤੀ ਨੇ ਹਮਲਾ ਕੀਤਾ, ਜਿਸ ਦੇ ਵਿੱਚ ਇੱਕ ਮਹਿਲਾ ਦੀ ਮੌਤ ਹੋਈ ਅਤੇ 5 ਹੋਰ ਲੋਕ ਕਾਫੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਹਨ। ਪੁਲਿਸ ਇਸ ਨੂੰ ਇੱਕ ਅੱਤਵਾਦੀ ਹਮਲਾ ਮੰਨ ਰਹੀ ਹੈ। ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜਾਂਚ ਟੀਮ ਫੌਰਨ ਇਸ ਦੇ ਵਿੱਚ ਜੁਟ ਗਈ ਹੈ ਅਤੇ ਉਹ ਇਸ ਹਮਲੇ ਦੀ ਜਾਂਚ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਹਮਲਾ ਠੀਕ ਉਸ ਤੋਂ ਕੁਝ ਹੀ ਘੰਟੇ ਬਾਅਦ ਹੋਇਆ ਜਦੋਂ ਪੁਲਿਸ ਨੇ ਇਹ ਅਨਾਉਂਸ ਕੀਤਾ ਸੀ ਕਿ ਯੂਰਪ ਦੇ ਵਿੱਚ ਅੱਤਵਾਦੀ ਹਮਲਿਆਂ ਨੂੰ ਦੇਖਦੇ ਹੋਏ 600 ਆਰਮਡ ਪੁਲਿਸ ਅਫਸਰ ਦੀ ਤੈਨਾਤੀ ਕੀਤੀ ਜਾ ਰਹੀ ਹੈ। ਇਹ ਹਮਲਾ ਰਸਲ ਸਕੇਅਰ ਦੇ ਨਜ਼ਦੀਕ ਹੋਇਆ, ਜੋ ਕਿ ਬ੍ਰਿਟਿਸ਼ ਮਿਊਜ਼ੀਅਮ ਦੇ ਨਾਲ ਸਥਿਤ ਹੈ। ਸਨ 2005 ਦੇ ਵਿੱਚ 7 ਜੁਲਾਈ ਨੂੰ ਇੱਥੇ ਇੱਕ ਅੱਤਵਾਦੀ ਹਮਲਾ ਹੋਇਆ ਸੀ, ਜਿਸ ਦੇ ਵਿੱਚ ਹੋਏ ਬੰਬ ਧਮਾਕਿਆਂ ਦੇ ਵਿੱਚ 52 ਲੋਕਾਂ ਦੀਆਂ ਜਾਨਾਂ ਗਈਆਂ ਸਨ। ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਲਡ ਟਰੰਪ ਦਾ ਕੈਂਪੇਨ ਕਈ ਦਿਨ ਠੰਡੇ ਰਹਿਣ ਤੋਂ ਬਾਅਦ ਹੁਣ ਫਿਰ ਅੱਗੇ ਨੂੰ ਵਧਦਾ ਹੋਇਆ ਨਜ਼ਰ ਆ ਰਿਹਾ ਹੈ। ਆਈ ਇੱਕ ਰਿਪੋਰਟ ਦੇ ਮੁਤਾਬਿਕ ਡੋਨਲਡ ਟਰੰਪ ਦੇ ਕੈਂਪੇਨ ਨੇ ਪਿਛਲੇ 2 ਮਹੀਨਿਆਂ ਦੇ ਵਿੱਚ $82 ਮਿਲੀਅਨ ਫੰਡ ਇਕੱਠਾ ਕੀਤਾ ਹੈ, ਜੋ ਕਿ ਹਿਲਰੀ ਕਲਿੰਟਨ ਦੀ ਫੰਡ ਰੇਜ਼ਿੰਗ ਤੋਂ ਥੋੜਾ ਹੀ ਪਿੱਛੇ ਹੈ। ਹਿਲਰੀ ਕਲਿੰਟਨ ਨੇ $90 ਮਿਲੀਅਨ ਫੰਡ ਰੇਜ਼ ਕੀਤਾ ਹੈ। ਨਿਊਯਾਰਕ ਦੇ ਇਨਵੈਸਟਰ ਸਟੀਵਨ ਨੂਚਿਨ, ਜੋ ਕਿ ਡੋਨਲਡ ਟਰੰਪ ਦੇ ਫਾਈਨਾਂਸ ਦੇ ਚੇਅਰਮੈਨ ਹਨ, ਉਹਨਾਂ ਨੇ ਕਿਹਾ ਕਿ ਹਿਲਰੀ ਕਲਿੰਟਨ ਪਿਛਲੇ 20 ਸਾਲਾਂ ਤੋਂ ਇਹ ਕੰਮ ਕਰ ਰਹੀ ਹੈ ਤੇ ਅਸੀਂ ਸਿਰਫ ਪਿਛਲੇ 2 ਮਹੀਨੇ ਦੇ ਵਿੱਚ ਇਹ ਕੰਮ ਸਿੱਖਿਆ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਆਏ ਫੰਡ ਦੇ ਵਿੱਚੋਂ $64 ਮਿਲੀਅਨ ਡੋਨੇਸ਼ਨ ਆਨਲਾਈਨ ਆਈਆਂ ਹਨ, ਜੋ ਕਿ ਬਹੁਤ ਛੋਟੇ ਰੂਪ ਦੇ ਵਿੱਚ ਆਈਆਂ ਹਨ। ਇਹਨਾਂ ਦੇ ਵਿੱਚੋਂ ਜ਼ਿਆਦਾਤਰ ਫੰਡ ਡੋਨਲਡ ਟਰੰਪ ਦੇ ਲੋਗੋ ਵਾਲੀ ਟੀ-ਸ਼ਰਟ ਜਾਂ ਫਿਰ ਹੈਟ ਸੇਲ ਕਰਕੇ ਇਕੱਠਾ ਹੋਇਆ ਹੈ। ਹਾਲਾਂਕਿ ਡੋਨਲਡ ਟਰੰਪ ਨੂੰ ਰਿਪਬਲਿਕਨ ਪਾਰਟੀ ਦੇ ਵੱਲੋਂ ਵੀ ਫੰਡ ਰੇਜ਼ ਕਰਨ ਦੇ ਵਿੱਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਉਂਕਿ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਖੁੱਲ੍ਹੇ ਤੌਰ ਦੇ ਉੱਤੇ ਡੋਨਲਡ ਟਰੰਪ ਦਾ ਸਮਰਥਨ ਨਹੀਂ ਕਰਦੀ ਅਤੇ ਡੋਨਲਡ ਟਰੰਪ ਦੇ ਖੁਦ ਦੇ ਬਿਆਨ ਵੀ ਪਾਰਟੀ ਦੀ ਲੀਡਰਸ਼ਿਪ ਦੇ ਖਿਲਾਫ ਹੀ ਜਾ ਰਹੇ ਹਨ। ਹਾਲ ਹੀ ਦੇ ਵਿੱਚ ਉਹਨਾਂ ਨੇ ਹਾਊਸ ਸਪੀਕਰ ਪੌਲ ਰਿਆਨ ਦੇ ਖਿਲਾਫ ਵੀ ਇੱਕ ਬਿਆਨ ਦਿੱਤਾ ਸੀ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਉਹ ਪੌਲ ਰਿਆਨ ਦੀ ਰੀ-ਇਲੈਕਸ਼ਨ ਬਿਡ ਦੇ ਵਿੱਚ ਉਸ ਦੀ ਸਪੋਰਟ ਨਹੀਂ ਕਰਨਗੇ ਅਤੇ ਐਰੀਜ਼ੋਨਾ ਤੋਂ ਸੈਨੇਟਰ ਜੌਨ ਮੈਕੇਨ ਦੀ ਵੀ ਸਪੋਰਟ ਕਰਨ ਤੋਂ ਡੋਨਲਡ ਟਰੰਪ ਨੇ ਇਨਕਾਰ ਕਰ ਦਿੱਤਾ ਸੀ। ਇਸ ਤੋਂ ਬਾਅਦ ਪਾਰਟੀ ਦੇ ਵਿੱਚ ਡੋਨਲਡ ਟਰੰਪ ਦੇ ਖਿਲਾਫ ਬਗਾਵਤ ਹੋਰ ਵੀ ਜ਼ਿਆਦਾ ਤੇਜ਼ ਹੋਈ ਹੈ। ਦੁਬਈ ਅੰਤਰਰਾਸ਼ਟਰੀ ਏਅਰਪੋਰਟ ਦੇ ਉੱਤੇ ਕੱਲ ਇੱਕ ਵੱਡਾ ਹਾਦਸਾ ਹੁੰਦੇ ਬਚਿਆ। ਐਮੀਰੇਟਸ ਦੀ ਇੱਕ ਫਲਾਈਟ ਰਨਵੇ ਤੋਂ ਲੈ ਗਈ ਅਤੇ ਉਸ ਦੇ ਵਿੱਚ ਅਚਾਨਕ ਅੱਗ ਲੱਗ ਗਈ। ਇਸ ਪੂਰੇ ਹਾਦਸੇ ਦੇ ਵਿੱਚ 13 ਲੋਕਾਂ ਨੂੰ ਮਾਈਨਰ ਸੱਟਾਂ ਵੱਜੀਆਂ ਹਨ, ਪਰ ਇਸ ਦੇ ਵਿੱਚ ਇੱਕ ਫਾਇਰ ਫਾਈਟਰ ਜੈਸਿਮ ਐਸ ਅਲ ਬਲੂਸ਼ੀ ਦੀ ਮੌਤ ਹੋ ਗਈ ਹੈ, ਜੋ ਕਿ ਹੋਰ ਲੋਕਾਂ ਨੂੰ ਬਚਾ ਰਿਹਾ ਸੀ। ਦੁਬਈ ਗਵਰਨਮੈਂਟ ਅਤੇ ਮੀਡੀਆ ਦੇ ਵੱਲੋਂ ਉਸ ਬਹਾਦਰ ਸਿਪਾਹੀ ਦੀ ਕਾਫੀ ਤਾਰੀਫ ਕੀਤੀ ਗਈ ਹੈ। ਇਸ ਸਮੇਂ ਜਹਾਜ਼ ਦੇ ਵਿੱਚ 282 ਯਾਤਰੀ ਸਵਾਰ ਸਨ ਅਤੇ 18 ਕਰੂ ਮੈਂਬਰਸ ਜਹਾਜ਼ ਦੇ ਵਿੱਚ ਸਨ ਜਦੋਂ ਇਹ ਹਾਦਸਾ ਹੋਇਆ। ਇਹ ਪਲੇਨ ਤ੍ਰਿਵੇਂਦਰਮ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਚੱਲ ਕੇ ਦੁਬਈ ਦੇ ਵਿੱਚ ਲੈਂਡ ਹੋ ਰਿਹਾ ਸੀ ਅਤੇ ਇਸ ਦੇ ਵਿੱਚ ਮੌਜੂਦ ਜ਼ਿਆਦਾਤਰ ਯਾਤਰੀ ਭਾਰਤ ਦੇ ਨਾਗਰਿਕ ਸਨ। ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਦਾ ਕਾਰਨ ਹਜੇ ਤੱਕ ਕਲੀਅਰ ਨਹੀਂ ਹੋਇਆ ਅਤੇ ਇਸ ਦੀ ਜਾਂਚ ਹਜੇ ਚੱਲ ਰਹੀ ਹੈ। ਐਮੀਰੇਟਸ ਨੇ ਦੱਸਿਆ ਕਿ ਇਹ ਜਹਾਜ਼ ਇਸ ਤਰੀਕੇ ਦੇ ਨਾਲ ਡਿਜ਼ਾਈਨ ਕੀਤਾ ਗਿਆ ਹੈ ਕਿ ਕਿਸੇ ਵੀ ਹਾਦਸੇ ਦੇ ਵਕਤ 90 ਸੈਕਿੰਡ ਦੇ ਅੰਦਰ ਸਾਰੇ ਯਾਤਰੀ ਜਹਾਜ਼ ਦੇ ਵਿੱਚੋਂ ਨਿਕਲ ਜਾਣ ਅਤੇ ਉਹਨਾਂ ਨੇ ਇਸ ਦੇ ਪਿੱਛੇ ਕਿਸੇ ਵੀ ਸੁਰੱਖਿਆ ਕਾਰਨਾਂ ਨੂੰ ਤੋਂ ਵੀ ਇਨਕਾਰ ਕੀਤਾ ਹੈ ਕਿਉਂਕਿ ਜਹਾਜ਼ ਹਾਦਸੇ ਦੇ ਵਕਤ ਰਨਵੇ ਦੇ ਉੱਤੇ ਆ ਚੁੱਕਿਆ ਸੀ।
ਗ੍ਰੀਨ ਪਾਰਟੀ ਦੀ ਹੁਣ ਜਾਰੀ ਨੈਸ਼ਨਲ ਕਨਵੈਨਸ਼ਨ, ਜਿਸ ਦੇ ਵਿੱਚ ਗ੍ਰੀਨ ਪਾਰਟੀ ਵੱਲੋਂ ਡਾਕਟਰ ਜਿਲ ਸਟਾਈਨ ਰਾਸ਼ਟਰਪਤੀ ਪਦ ਦੀ ਉਮੀਦਵਾਰ ਬਣਨ ਦੇ ਆਸਾਰ ਲੱਗ ਰਹੇ ਹਨ, ਉਸ ਨੂੰ CNN ਹੋਸਟ ਕਰੇਗਾ। ਡਾਕਟਰ ਜਿਲ ਸਟਾਈਨ 2012 ਦੇ ਵਿੱਚ ਵੀ ਰਾਸ਼ਟਰਪਤੀ ਦੀਆਂ ਚੋਣਾਂ ਦੇ ਵਿੱਚ ਲੜੀ ਸੀ, ਪਰ ਉਸ ਸਮੇਂ ਕੁਝ ਖਾਸ ਮੀਡੀਆ ਨੇ ਗ੍ਰੀਨ ਪਾਰਟੀ ਨੂੰ ਕਵਰੇਜ ਨਹੀਂ ਦਿੱਤੀ। ਇਸ ਵਾਰ CNN ਦੇ ਕਰਵਾਏ ਗਏ ਇੱਕ ਸਰਵੇ ਦੇ ਵਿੱਚ ਡਾਕਟਰ ਜਿਲ ਸਟਾਈਨ ਨੂੰ 5% ਸਪੋਰਟ ਮਿਲ ਰਹੀ ਹੈ। ਡੈਮੋਕ੍ਰੈਟਿਕ ਅਤੇ ਰਿਪਬਲਿਕਨ ਪਾਰਟੀ ਦੇ ਵਿੱਚ ਦੋਨੋਂ ਹੀ ਉਮੀਦਵਾਰਾਂ ਦਾ ਪਾਰਟੀ ਦੇ ਅੰਦਰੂਨੀ ਵਿਰੋਧ ਕਾਰਨ ਇਸ ਵਾਰ ਗ੍ਰੀਨ ਪਾਰਟੀ ਅਤੇ ਲਿਬਰਟੇਰੀਅਨ ਪਾਰਟੀ ਦੇ ਉਮੀਦਵਾਰਾਂ ਦੀ ਵੋਟਿੰਗ ਪਰਸੈਂਟੇਜ ਵਧਣ ਦੇ ਅਨੁਮਾਨ ਲਾਏ ਜਾ ਰਹੇ ਹਨ। ਡੋਨਲਡ ਟਰੰਪ, ਜੋ ਕਿ ਆਪਣੇ ਵਿਰੋਧੀਆਂ ਦਾ ਅਕਸਰ ਨਾਮ ਬਦਲ ਕੇ ਉਹਨਾਂ ਦੇ ਉੱਤੇ ਹਮਲਾ ਕਰਦੇ ਹਨ, ਉਹਨਾਂ ਨੇ ਹਿਲਰੀ ਕਲਿੰਟਨ ਨੂੰ ਪਹਿਲਾਂ ਡੈਵਿਲ ਕਿਹਾ ਸੀ ਅਤੇ ਹੁਣ ਇੱਕ ਦਿੱਤੇ ਭਾਸ਼ਣ ਦੇ ਵਿੱਚ ਡੋਨਲਡ ਟਰੰਪ ਨੇ ਹਿਲਰੀ ਕਲਿੰਟਨ ਨੂੰ ਆਈਸਿਸ ਦੀ ਫਾਊਂਡਰ ਦੱਸਿਆ ਹੈ। ਡੋਨਲਡ ਟਰੰਪ ਅਕਸਰ ਹਿਲਰੀ ਕਲਿੰਟਨ ਦੇ ਉੱਤੇ ਲੀਬੀਆ ਵਾਲੇ ਮੁੱਦੇ ਨੂੰ ਹੈਂਡਲ ਕਰਨ ਤੇ ਹਮਲਾ ਕਰਦੇ ਹਨ। ਡੋਨਲਡ ਟਰੰਪ ਨੇ ਹਿਲਰੀ ਕਲਿੰਟਨ ਨੂੰ ਕ੍ਰੂਕਡ ਹਿਲਰੀ ਦਾ ਵੀ ਨਾਮ ਦਿੱਤਾ ਹੋਇਆ ਹੈ। ਇਸ ਤੋਂ ਪਹਿਲਾਂ ਪ੍ਰਾਇਮਰੀਜ਼ ਦੇ ਦੌਰਾਨ ਉਸਨੇ ਟੈਡ ਕਰੂਜ਼ ਨੂੰ ਲਾਇੰਗ ਟੈਡ ਦਾ ਨਾਮ ਦਿੱਤਾ ਸੀ। ਅੱਜ ਦਿੱਤੇ ਆਪਣੇ ਇਸ ਭਾਸ਼ਣ ਦੇ ਵਿੱਚ ਡੋਨਲਡ ਟਰੰਪ ਨੇ ਕਿਹਾ ਕਿ ਆਈਸਿਸ ਦੀ ਜੋ ਅੱਜ ਸਥਿਤੀ ਹੈ ਉਹ ਸਿਰਫ ਹਿਲਰੀ ਕਲਿੰਟਨ ਦੇ ਕਰਕੇ ਹੈ ਅਤੇ ਆਈਸਿਸ ਨੂੰ ਹਿਲਰੀ ਕਲਿੰਟਨ ਨੂੰ ਅਵਾਰਡ ਦੇਣਾ ਚਾਹੀਦਾ ਹੈ ਕਿ ਉਸਨੇ ਆਈਸਿਸ ਖੜੀ ਕੀਤੀ। ਇਹ ਸਿੱਧਾ ਹਮਲਾ ਡੋਨਲਡ ਟਰੰਪ ਨੇ ਹਿਲਰੀ ਕਲਿੰਟਨ ਦੇ ਉੱਤੇ ਅੱਜ ਕੀਤਾ। ਫੌਕਸ ਦੇ ਆਏ ਇੱਕ ਨਵੇਂ ਸਰਵੇ ਦੇ ਵਿੱਚ ਹਿਲਰੀ ਕਲਿੰਟਨ ਡੋਨਲਡ ਟਰੰਪ ਨਾਲੋਂ ਡਬਲ ਡਿਜਿਟ ਦੀ ਲੀਡ ਲੈਂਦੀ ਨਜ਼ਰ ਆ ਰਹੀ ਹੈ। ਫੌਕਸ ਦੇ ਆਏ ਸਰਵੇ ਦੇ ਵਿੱਚ ਹਿਲਰੀ ਕਲਿੰਟਨ ਦੇ 49 ਪੁਆਇੰਟਸ ਬਣਦੇ ਹਨ ਅਤੇ ਡੋਨਲਡ ਟਰੰਪ ਦੇ 39 ਪੁਆਇੰਟ ਬਣਦੇ ਹਨ ਅਤੇ ਫੌਕਸ ਨੇ ਦੱਸਿਆ ਕਿ ਜੇ 3-ਵੇ ਸਰਵੇ ਦੇਖੀਏ ਤਾਂ ਇਸ ਦੇ ਵਿੱਚ ਹਿਲਰੀ ਕਲਿੰਟਨ ਦੇ 44 ਪੁਆਇੰਟ ਬਣਦੇ ਹਨ, ਡੋਨਲਡ ਟਰੰਪ ਦੇ 35 ਅਤੇ ਲਿਬਰਟੇਰੀਅਨ ਪਾਰਟੀ ਦੇ ਉਮੀਦਵਾਰ ਗੈਰੀ ਜੌਨਸਨ ਦੇ 12 ਪੁਆਇੰਟ ਬਣਦੇ ਹਨ। ਰਿਪਬਲਿਕਨ ਪਾਰਟੀ ਦੀ ਕਨਵੈਨਸ਼ਨ ਤੋਂ ਬਾਅਦ ਡੋਨਲਡ ਟਰੰਪ ਇੱਕ ਵਾਰੀ ਸਰਵੇਸ ਦੇ ਵਿੱਚ ਹਿਲਰੀ ਕਲਿੰਟਨ ਨੂੰ ਪਛਾੜ ਰਹੇ ਸਨ, ਪਰ ਜਦੋਂ ਦੀ ਡੈਮੋਕ੍ਰੈਟਿਕ ਪਾਰਟੀ ਦੀ ਕਨਵੈਨਸ਼ਨ ਖਤਮ ਹੋਈ ਹੈ ਉਸ ਤੋਂ ਬਾਅਦ ਹਿਲਰੀ ਕਲਿੰਟਨ ਲਗਾਤਾਰ ਡੋਨਲਡ ਟਰੰਪ ਦੇ ਉੱਤੇ ਲੀਡ ਲੈਂਦੀ ਹੋਈ ਨਜ਼ਰ ਆ ਰਹੀ ਹੈ। ਰਾਸ਼ਟਰਪਤੀ ਬਰਾਕ ਓਬਾਮਾ ਨੇ ਅੱਜ 214 ਕੈਦੀਆਂ ਦੀ ਸਜ਼ਾ ਘੱਟ ਕੀਤੀ, ਜਿਸ ਦੇ ਵਿੱਚ 67 ਲੋਕਾਂ ਨੂੰ ਉਮਰ ਕੈਦ ਦੀ ਸਜ਼ਾ ਮਿਲੀ ਹੋਈ ਸੀ। ਦੱਸਿਆ ਜਾ ਰਿਹਾ ਹੈ ਕਿ ਇਹਨਾਂ ਦੇ ਵਿੱਚੋਂ ਜ਼ਿਆਦਾਤਰ ਅਪਰਾਧੀ ਨਾਨ ਵਾਇਲੈਂਟ ਕ੍ਰਾਈਮਸ ਦੇ ਲਈ ਅੰਦਰ ਸਨ, ਜਿਨ੍ਹਾਂ ਦੇ ਉੱਤੇ ਜ਼ਿਆਦਾਤਰ ਅਪਰਾਧੀਆਂ ਦੇ ਉੱਤੇ ਕੋਕੀਨ, ਮੈਥ ਜਾਂ ਫਿਰ ਹੋਰ ਡਰੱਗਸ ਦੀ ਤਸਕਰੀ ਦੇ ਆਰੋਪ ਸਨ ਅਤੇ ਬਹੁਤ ਹੀ ਘੱਟ ਅਪਰਾਧੀ ਸਨ ਜਿਨ੍ਹਾਂ ਦੇ ਉੱਤੇ ਕਿਸੇ ਵੀ ਤਰ੍ਹਾਂ ਦੇ ਹਥਿਆਰ ਨੂੰ ਲੈ ਕੇ ਵਾਇਲੈਂਸ ਦਾ ਕੇਸ ਬਣਦਾ ਸੀ। ਦੱਸਿਆ ਜਾ ਰਿਹਾ ਹੈ ਕਿ ਇਹਨਾਂ ਦੇ ਵਿੱਚ ਜ਼ਿਆਦਾਤਰ ਪੁਰਸ਼ ਹੀ ਰਿਲੀਜ਼ ਕੀਤੇ ਜਾ ਰਹੇ ਹਨ, ਪਰ ਅਮਰੀਕਾ ਦੇ ਹਿਸਾਬ ਦੇ ਨਾਲ ਜਿਓਗ੍ਰਾਫਿਕਲੀ ਲਗਭਗ ਸਾਰੀਆਂ ਸਟੇਟਸ ਦੇ ਕੈਦੀ ਛੱਡੇ ਗਏ ਹਨ। ਓਬਾਮਾ ਪ੍ਰਸ਼ਾਸਨ ਨੇ ਅੱਜ ਕ੍ਰਾਈਟੇਰੀਆ ਐਕਸਪਲੇਨ ਕਰਦੇ ਹੋਏ ਦੱਸਿਆ ਕਿ ਜਿਨ੍ਹਾਂ ਨੂੰ ਛੱਡਿਆ ਜਾ ਰਿਹਾ ਉਹਨਾਂ ਦੇ ਵਿੱਚ ਜ਼ਿਆਦਾਤਰ ਅਪਰਾਧੀ ਉਹੀ ਹਨ ਜਿਨ੍ਹਾਂ ਨੇ ਕਿ ਜੇਲ੍ਹ ਦੇ ਵਿੱਚ ਬਹੁਤ ਵਧੀਆ ਵਿਵਹਾਰ ਰੱਖਿਆ ਅਤੇ ਉਹ ਕਿਸੇ ਵੀ ਗੈਂਗ ਵਾਰ ਜਾਂ ਫਿਰ ਕਿਸੇ ਵੀ ਗੈਂਗ ਦੇ ਵਿੱਚ ਸ਼ਾਮਿਲ ਨਹੀਂ ਹੋਏ। ਇਹ ਸਨ ਅੱਜ ਦੀਆਂ ਕੁਝ ਖਾਸ ਖਬਰਾਂ। ਹੁਣ ਵੱਧਦੇ ਹਾਂ ਜੀ ਮੌਸਮ ਦੀ ਜਾਣਕਾਰੀ ਦੇ ਵੱਲ। ਵੀਰਵਾਰ ਨੂੰ ਸੈਨ ਹੋਜ਼ੇ ਦੇ ਵਿੱਚ ਹਾਈ ਟੈਂਪਰੇਚਰ ਰਹੇਗਾ 77 ਡਿਗਰੀ ਅਤੇ ਰਾਤ ਨੂੰ ਲੋ ਟੈਂਪਰੇਚਰ 56 ਡਿਗਰੀ। ਸੈਨ ਫਰਾਂਸਿਸਕੋ ਦੇ ਵਿੱਚ 61 ਡਿਗਰੀ ਹਾਈ ਅਤੇ ਰਾਤ ਨੂੰ 55 ਡਿਗਰੀ ਲੋ। ਸੈਕਰਾਮੈਂਟੋ ਦੇ ਵਿੱਚ 87 ਡਿਗਰੀ ਹਾਈ ਅਤੇ ਰਾਤ ਨੂੰ 54 ਡਿਗਰੀ ਲੋ। ਯੂਬਾ ਸਿਟੀ ਦੇ ਵਿੱਚ 93 ਡਿਗਰੀ ਹਾਈ ਅਤੇ ਰਾਤ ਨੂੰ 54 ਡਿਗਰੀ ਲੋ। ਸਟਾਕਟਨ ਦੇ ਵਿੱਚ 91 ਡਿਗਰੀ ਹਾਈ ਅਤੇ ਰਾਤ ਨੂੰ 55 ਡਿਗਰੀ ਲੋ। ਟ੍ਰੇਸੀ ਦੇ ਵਿੱਚ 91 ਡਿਗਰੀ ਹਾਈ ਅਤੇ ਰਾਤ ਨੂੰ 55 ਡਿਗਰੀ ਲੋ। ਮੋਡੈਸਟੋ ਦੇ ਵਿੱਚ 94 ਡਿਗਰੀ ਹਾਈ ਅਤੇ ਰਾਤ ਨੂੰ 57 ਡਿਗਰੀ ਲੋ। ਫ੍ਰੈਜ਼ਨੋ ਦੇ ਵਿੱਚ 100 ਡਿਗਰੀ ਹਾਈ ਅਤੇ ਰਾਤ ਨੂੰ 61 ਡਿਗਰੀ ਲੋ। ਬੇਕਰਫੀਲਡ ਦੇ ਵਿੱਚ 102 ਡਿਗਰੀ ਹਾਈ ਅਤੇ ਰਾਤ ਨੂੰ 69 ਡਿਗਰੀ ਲੋ। ਲਾਸ ਐਂਜਲਸ ਦੇ ਵਿੱਚ 81 ਡਿਗਰੀ ਹਾਈ ਅਤੇ ਰਾਤ ਨੂੰ 65 ਡਿਗਰੀ ਲੋ। ਟਰਕੀ ਦੇ ਵਿੱਚ 84 ਡਿਗਰੀ ਹਾਈ ਅਤੇ ਰਾਤ ਨੂੰ 41 ਡਿਗਰੀ ਲੋ। ਸਾਊਥ ਲੇਕ ਟਾਹੋ ਦੇ ਵਿੱਚ 83 ਡਿਗਰੀ ਹਾਈ ਅਤੇ ਰਾਤ ਨੂੰ 43 ਡਿਗਰੀ ਲੋ। ਪੋਰਟਲੈਂਡ ਓਰੇਗਨ ਦੇ ਵਿੱਚ 99 ਡਿਗਰੀ ਹਾਈ ਅਤੇ ਰਾਤ ਨੂੰ 58 ਡਿਗਰੀ ਲੋ। ਸੈਟਲ ਦੇ ਵਿੱਚ 73 ਡਿਗਰੀ ਹਾਈ ਅਤੇ ਰਾਤ ਨੂੰ 57 ਡਿਗਰੀ ਲੋ। ਫਲੈਗਸਟੈਫ ਐਰੀਜ਼ੋਨਾ ਵਿਖੇ 70 ਡਿਗਰੀ ਹਾਈ ਅਤੇ ਰਾਤ ਨੂੰ 54 ਡਿਗਰੀ ਲੋ। ਇੱਥੇ ਮੀਂਹ ਪੈਣ ਦੀ ਪੂਰੀ ਸੰਭਾਵਨਾ ਹੈ। ਸਾਲਟ ਲੇਕ ਸਿਟੀ ਯੂਟਾ ਦੇ ਵਿੱਚ 83 ਡਿਗਰੀ ਹਾਈ ਅਤੇ ਰਾਤ ਨੂੰ 68 ਡਿਗਰੀ ਲੋ। ਸ਼ਿਕਾਗੋ ਦੇ ਵਿੱਚ 90 ਡਿਗਰੀ ਹਾਈ ਅਤੇ ਰਾਤ ਨੂੰ 73 ਡਿਗਰੀ ਲੋ। ਨਿਊਯਾਰਕ ਦੇ ਵਿੱਚ 81 ਡਿਗਰੀ ਹਾਈ ਅਤੇ ਰਾਤ ਨੂੰ 66 ਡਿਗਰੀ ਲੋ। ਕੈਨੇਡਾ ਟੋਰਾਂਟੋ ਦੇ ਵਿੱਚ 32 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 21 ਡਿਗਰੀ ਸੈਲਸੀਅਸ ਲੋ। ਵਿਨੀਪੈਗ ਦੇ ਵਿੱਚ 21 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 12 ਡਿਗਰੀ ਸੈਲਸੀਅਸ ਲੋ। ਕੈਲਗਰੀ ਦੇ ਵਿੱਚ 24 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 11 ਡਿਗਰੀ ਸੈਲਸੀਅਸ ਲੋ। ਵੈਨਕੂਵਰ ਦੇ ਵਿੱਚ 22 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 13 ਡਿਗਰੀ ਸੈਲਸੀਅਸ ਲੋ। ਪੰਜਾਬ ਅੰਮ੍ਰਿਤਸਰ ਦੇ ਵਿੱਚ 38 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 27 ਡਿਗਰੀ ਸੈਲਸੀਅਸ ਲੋ। ਮੈਲਬਨ ਆਸਟ੍ਰੇਲੀਆ ਦੇ ਵਿੱਚ 12 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 3 ਡਿਗਰੀ ਸੈਲਸੀਅਸ ਲੋ। ਲੰਡਨ ਦੇ ਵਿੱਚ 21 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 12 ਡਿਗਰੀ ਸੈਲਸੀਅਸ ਲੋ।
ਬਰਲਿਨ ਦੇ ਵਿੱਚ 23 ਡਿਗਰੀ ਸੈਲਸੀਅਸ ਆਈ ਅਤੇ ਰਾਤ ਨੂੰ 15 ਡਿਗਰੀ ਸੈਲਸੀਅਸ ਲੋ, ਅਤੇ ਫਰਾਂਸ ਪੈਰਿਸ ਦੇ ਵਿੱਚ 20 ਡਿਗਰੀ ਸੈਲਸੀਅਸ ਆਈ ਅਤੇ ਰਾਤ ਨੂੰ 13 ਡਿਗਰੀ ਸੈਲਸੀਅਸ ਲੋ ਰਹੇਗਾ ਜੀ। ਇਹ ਸੀ ਜੀ ਮੌਸਮ ਦੀ ਜਾਣਕਾਰੀ। ਹੁਣ ਵਧਦੇ ਹਾਂ ਜੀ ਸਟਾਕ ਮਾਰਕੀਟ ਦੀ ਇਨਫੋਰਮੇਸ਼ਨ ਦੇ ਵੱਲ। ਬੁੱਧਵਾਰ ਨੂੰ ਕਲੋਜ਼ਿੰਗ ਦੇ ਸਮੇਂ ਡਾਓ ਜੋਨਸ 41 ਅੰਕ ਵੱਧ ਕੇ 18,355 ਤੇ ਬੰਦ ਹੋਇਆ। ਨੈਸਡੈਕ 22 ਅੰਕ ਵੱਧ ਕੇ 5,159.74 ਤੇ ਬੰਦ ਹੋਇਆ। S&P 6 ਅੰਕ ਵੱਧ ਕੇ 2163.79 ਤੇ ਬੰਦ ਹੋਇਆ। ਵਿਲਸ਼ਾਇਰ 5000 90 ਅੰਕ ਵੱਧ ਕੇ 22,430.37 ਤੇ ਬੰਦ ਹੋਇਆ। ਅਤੇ ਅੱਜ ਦਾ ਸਭ ਤੋਂ ਮਸ਼ਹੂਰ ਸਟਾਕ ਫਿਟਬਿਟ ਇਨਕਲੂਸਿਵ ਦਾ ਰਿਹਾ, ਜਿਸ ਦੀ ਕੀਮਤ 14.94 ਰਹੀ। ਕਰੰਸੀ ਐਕਸਚੇਂਜ ਰੇਟ ਦੇ ਵਿੱਚ ਇੱਕ US ਡਾਲਰ ਦੀ ਕੀਮਤ 66 ਰੁਪਏ 79 ਪੈਸੇ, ਇੱਕ ਕੈਨੇਡੀਅਨ ਡਾਲਰ ਦੀ ਕੀਮਤ 51 ਰੁਪਏ 12 ਪੈਸੇ, ਇੱਕ ਬ੍ਰਿਟਿਸ਼ ਪਾਉਂਡ ਦੀ ਕੀਮਤ 99 ਰੁਪਏ 10 ਪੈਸੇ, ਇੱਕ ਯੂਰੋ ਦੀ ਕੀਮਤ 74 ਰੁਪਏ 40 ਪੈਸੇ, ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ 50 ਰੁਪਏ 86 ਪੈਸੇ, ਇੱਕ ਨਿਊਜ਼ੀਲੈਂਡ ਡਾਲਰ ਦੀ ਕੀਮਤ 47 ਰੁਪਏ 94 ਪੈਸੇ, ਇੱਕ ਸਿੰਗਾਪੁਰ ਡਾਲਰ ਦੀ ਕੀਮਤ 49 ਰੁਪਏ 79 ਪੈਸੇ, ਇੱਕ ਬਹਿਰੀਨੀ ਦਿਨਾਰ ਦੀ ਕੀਮਤ 176 ਰੁਪਏ 96 ਪੈਸੇ, ਇੱਕ ਕੁਵੈਤੀ ਦਿਨਾਰ ਦੀ ਕੀਮਤ 221 ਰੁਪਏ 38 ਪੈਸੇ। ਸੋਨੇ ਦਾ ਰੇਟ $1353 61 ਸੈਂਟ ਪਰ ਆਉਂਸ ਰਿਹਾ ਅਤੇ ਚਾਂਦੀ $20 20 ਸੈਂਟ ਪਰ ਆਉਂਸ ਰਹੀ। ਇਸੇ ਦੇ ਨਾਲ ਖਬਰਾਂ ਦਾ ਇਹ ਬੁਲੇਟਿਨ ਇੱਥੇ ਹੀ ਸਮਾਪਤ ਕਰਦੇ ਹਾਂ ਜੀ। ਇਜਾਜ਼ਤ ਦਿਓ। ਉਮੀਦ ਹੈ ਕਿ ਤੁਹਾਨੂੰ ਅੱਜ ਦਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਕਿਸੇ ਵੀ ਤਰ੍ਹਾਂ ਦੇ ਫੀਡਬੈਕ ਦੇ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 408 272 5200 ਤੇ, ਜਾਂ ਫਿਰ ਈਮੇਲ ਕਰ ਸਕਦੇ ਹੋ। ਸਾਡੀ ਈਮੇਲ ਐਡਰੈਸ info@punjabiradiousa.com ਤੇ। ਇੱਕ ਵਾਰੀ ਫਿਰ ਸਾਰੇ ਸਪਾਂਸਰ ਦਾ ਬਹੁਤ ਬਹੁਤ ਧੰਨਵਾਦ। ਮਿਲਦੇ ਹਾਂ ਜੀ ਅਪਡੇਟ ਅਮਰੀਕਾ ਦੇ ਅਗਲੇ ਅੰਕ ਵਿੱਚ। ਤਦ ਤੱਕ ਲਈ ਸਾਰਿਆਂ ਨੂੰ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।